ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫੇਰਾ ਸੋ ਬ੍ਰਹਮ ਕੇ ਸੋ ਮਿਲਿਓ ਨ ਨਿਆਰੋ ਨ ਕੇ ਸਾਥ ਨਿਰਵਿਕਲਪ ਸੋ ਬ੍ਰਹਮ ਹੈ ਉਰਜਨਾਏ ਗੁਰਨਾਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਪਾਵਨ ਪਵਿੱਤਰ ਪ੍ਰਸੰਗ ਗਿਆਨਮਈ ਪ੍ਰਸੰਗ ਸ਼੍ਰਵਣ ਕਰ ਰਹੇ ਹਾਂ। ਜੋ ਸਾਰ ਤੱਤ ਨਿਚੋੜ ਕੇ ਕੱਢਿਆ ਹੋਇਆ ਵੇਦਾਂਤ, ਜਿਸ ਦੇ ਵਿੱਚ ਇਸ ਸਰੀਰ ਦੀ ਮੰਤਰ ਅੰਦਰਲੀ ਅਤੇ ਬਾਹਰਲੀ ਬਣਤਰ ਹੈ, ਜੋ ਸਾਡੀ ਕਿਵੇਂ ਅਸੀਂ ਕਰਮ ਕਰਦੇ ਹਾਂ, ਸੋ ਕਿਵੇਂ ਕਰਮਾਂ ਨੂੰ ਭੋਗਦੇ ਹਾਂ, ਕਿਵੇਂ ਜਨਮ ਲੈਂਦੇ ਹਾਂ। ਸੋ ਇਸੇ ਪ੍ਰਕਾਰ ਮਾਇਆ ਕਿਸ ਨੂੰ ਕਿਹਾ ਹੈ? ਮੂਰਛਾ, ਸਮਾਧੀ, ਗਿਆਤਾ, ਗਿਆਨ, ਗੇ, ਧਿਆਤਾ, ਧਿਆਨ ਤੇ ਇਹ ਸਾਰੇ ਅੱਖਰ ਕੀ ਹਨ? ਇਹਨਾਂ ਦਾ ਭਾਵ ਕੀ ਹੈ? ਬੰਧਨ ਤੋਂ ਜੀਵ ਕਿਵੇਂ ਮੁਕਤ ਹੁੰਦਾ? ਬੰਧਨ ਕਿਸ ਨੂੰ ਕਿਹਾ ਹੈ? ਸੋ ਐਸੇ ਵਿਚਾਰ ਗੁਰਬਾਣੀ ਅੰਦਰ ਵੀ ਮਹਾਰਾਜ ਨੇ ਬੜੇ ਥਾਂ ਬਖਸ਼ਿਸ਼ ਕੀਤੇ ਨੇ, ਪਰ ਉਹ ਇੰਨੀ ਸੌਖੀ ਪੰਗਤੀ ਲਿਖ ਦਿੱਤੀ ਹੈ, ਉਹ ਆਪਾਂ ਨੂੰ ਪੜ੍ਹ ਕੇ ਅਤੇ ਇਹਦੇ ਨਾਲ ਮਿਲਾਪ ਕਰਕੇ ਹੀ ਪਤਾ ਚੱਲ ਸਕਦਾ ਹੈ ਕਿ ਹਾਂ, ਇਹ ਸਾਡੇ ਪੰਗਤੀ ਪੜ੍ਹਨ ਵਿੱਚ ਤਾਂ ਰੋਜ਼ ਹੀ ਆਉਂਦੇ ਆ ਕਿ ਤੂੰ ਸਦਾ ਸਲਾਮਤ ਨਿਰੰਕਾਰ। ਇਹ ਸਤਿਗੁਰਾਂ ਨੇ 4 ਵਾਰੀ ਲਿਖਿਆ ਜਪਜੀ ਸਾਹਿਬ ਦੇ ਵਿੱਚ, ਪਰ ਜਿਹਦਾ ਅਰਥ ਕਰੀਏ ਤਾਂ ਬਹੁਤ ਜ਼ਿਆਦਾ ਡੂੰਘਾ ਅੱਗੇ ਚੱਲ ਕੇ ਆਵੇਗਾ। ਸਤਿਗੁਰੂ ਬਖਸ਼ਿਸ਼ ਕਰਨਗੇ। ਆਓ ਸ਼ਰਵਣ ਕਰਦੇ ਹਾਂ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੋ ਬ੍ਰਹਮ ਕੇ ਸੋ ਮਿਲਿਓ ਨ ਨਿਆਰੋ ਨ ਕੇ ਸਾਥ। ਸੋ ਜੋ ਬ੍ਰਹਮ ਕਾਲ ਪੁਰਖ ਵਾਹਿਗੁਰੂ ਹੈ, ਸੋ ਬ੍ਰਹਮ ਕਿਸ ਸੋ ਮਿਲਿਓ ਨ, ਕਿਸੇ ਨਾਲ ਮਿਲਿਆ ਹੋਇਆ ਨਹੀਂ ਹੈ। ਅਤੇ ਇਹ ਵੀ ਜਾਣੋ ਕਿ ਉਹ ਬ੍ਰਹਮ ਸਾਡੇ ਨਾਲੋਂ ਵੱਖਰਾ ਵੀ ਨਹੀਂ ਹੈ, ਅਤੇ ਨਾ ਹੀ ਉਹ ਕਿਸੇ ਦਾ ਰੂਪ ਹੈ। ਅਰੂਪ ਵੀ ਹੈ ਤੇ ਸਾਰਿਆਂ ਵਿੱਚ ਸੱਤਾ ਵੀ ਦਿੰਦਾ ਹੈ, ਨਿਰਲੇਪ ਵੀ ਹੈ, ਵਖਰੇਵਾਂ ਵੀ ਹੈ। ਇਹ ਦੋਨੋਂ ਕਿਰਿਆ ਅਸੀਂ ਨਹੀਂ ਕਰ ਸਕਦੇ। ਸੂਰਜ ਸਾਡੇ ਵਿੱਚ ਮਿਲਿਆ ਵੀ ਹੋਇਆ ਹੈ, ਸਾਹਮਣੇ ਨਜ਼ਰ ਵੀ ਆ ਰਿਹਾ ਹੈ, ਦਿਖਦਾ ਵੀ ਹੈ, ਧੁੱਪ ਵੀ ਦੇ ਰਿਹਾ ਹੈ, ਵਿਆਪਕ ਵੀ ਦਿਖਦਾ ਹੈ, ਜਿੱਥੇ ਮਰਜ਼ੀ ਚਲੇ ਜਾਓ। ਸੋ ਪਰ ਸਾਡੇ ਹੱਥ ਵਿੱਚ ਵੀ ਨਹੀਂ ਆਉਂਦਾ। ਬ੍ਰਹਮ ਦਾ ਵਿਸ ਇਸੇ ਤਰ੍ਹਾਂ ਹੀ ਹੈ ਕਿ ਬ੍ਰਹਮ ਹੈ ਤਾਂ ਵਿਆਪਕ ਸੱਚਖੰਡ ਵਸੈ ਨਿਰੰਕਾਰ, ਵਸਦਾ ਤਾਂ ਨਿਰੰਕਾਰ ਸੱਚਖੰਡ ਵਿੱਚ ਹੀ ਹੈ, ਪਰ ਉਹਦਾ ਪ੍ਰਕਾਸ਼, ਉਹਦੀ ਵਿਆਪਕਤਾ ਖੰਡਾਂ ਬ੍ਰਹਿਮੰਡਾਂ ਦੇ ਅੰਦਰ ਹੈ। ਸਾਨੂੰ ਸੱਤਾ ਜ਼ਰੂਰ ਦਿੰਦੇ ਨੇ, ਸਾਡੇ ਨਾਲ ਮਿਲੇ ਵੀ ਹੋਏ ਨੇ, ਪਰ ਫਿਰ ਵੀ ਮਿਲ ਕੇ ਵੀ ਸਾਡੇ ਤੋਂ ਨਿਰਲੇਪ ਹਨ। ਨਿਰਵਿਕਲਪ ਸੋ ਬ੍ਰਹਮ ਉਰਜਨਾਏ ਗੁਰਨਾਥ। ਇਹ ਗੱਲ ਸਤਿਗੁਰੂ ਹੀ ਜਣਾ ਸਕਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਨਿਰਵਿਕਲਪ ਹੈ। ਜਿੱਥੇ ਕੱਲ ਕਿਹਾ ਸੀ ਕਿ ਸਾ ਵਿਕਲਪ ਸਮਾਧੀ, ਜਿੱਥੇ ਬੰਦੇ ਨੂੰ ਇੰਨਾ ਕੁ ਖਿਆਲ ਜਿਹਾ ਰਹਿੰਦਾ ਅੰਦਰ ਕਿ ਮੈਂ ਅਤੇ ਬ੍ਰਹਮ ਦੋ ਜਾਣੇ ਹਾਂ, ਤੀਜਾ ਜਿਹੜਾ ਸਾਨੂੰ ਇੱਕ ਅੰਦਰ ਜਣਾਉਣ ਵਾਲਾ ਸਾਖੀ ਆਤਮਾ ਹੈ, ਧਿਆਤਾ, ਧਿਆਨ,
ਤੇ ਗਿਆਤਾ ਗਿਆਨ ਗੇ। ਇਹ ਤਿੰਨ ਚੀਜ਼ਾਂ ਸਾਵਿਕਲਪ ਸਮਾਧੀ ਅੰਦਰ ਰਹਿੰਦੀਆਂ ਨੇ, ਪਰ ਜਦੋਂ ਨਿਰਵਿਕਲਪ ਵਿੱਚ ਚਲਿਆ ਜਾਂਦਾ ਉਹ ਤਾਂ ਫਿਰ ਬ੍ਰਹਮ ਹੀ ਹੈ। ਜੀਵ ਤਾਂ ਇੱਥੇ ਰਹਿੰਦਾ ਹੀ ਨਹੀਂ, ਨਿਰਵਿਕਲਪ ਸਮਾਧੀ ਤਾਂ ਫਿਰ ਔਖਾ ਕਰਦੀ ਜੀਵ ਨੂੰ ਵੀ ਇੱਥੇ ਰਹਿਣਾ, ਕਿਉਂਕਿ ਜੀਵ ਨੂੰ ਕਿਰਿਆ ਦਾ ਗਿਆਨ ਨਹੀਂ ਰਹਿੰਦਾ, ਕਿਰਿਆ ਵੀ ਬਹੁਤ ਖਰਾਬ ਜੀ ਹੋ ਜਾਂਦੀ ਫਿਰ। ਇਸ ਕਰਕੇ ਉਹਨੂੰ ਹਫ਼ਤੇ ਦੇ ਵਿੱਚ ਸਰੀਰ ਛੱਡਣਾ ਪੈਂਦਾ, ਨਹੀਂ ਤਾਂ ਕਿਰਿਆ ਸਾਰੀ ਵਿਗੜ ਜਾਂਦੀ ਹੈ। ਤਾਂ ਮਹਾਰਾਜ ਜਣਾਉਂਦੇ ਨੇ ਆਪਾਂ ਨੂੰ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨਮ ਸੁਨੰ, ਚੌਥੈ ਸੁਨੈ ਜੋ ਨਰ ਜਾਣੈ ਤਾ ਕੋ ਪਾਪ ਨ ਪੁੰਨੰ, ਐਸਾ ਉਹ ਬ੍ਰਹਮ ਹੈ। ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਰੂਪ। ਉਹ ਬ੍ਰਹਮ ਜੋ ਹੈ ਉਹ ਆਨੰਦ ਸਰੂਪ ਹੈ, ਆਨੰਦ ਹੀ ਬ੍ਰਹਮ ਹੈ। ਹੱਦ ਹੈ ਆਨੰਦ ਦੀ, ਜਿੱਥੇ ਜਾ ਕੇ ਇਹ ਸਭ ਕੁਝ ਆਪਾਂ ਭੁੱਲ ਜਾਈਏ, ਜਿੱਥੇ ਪਹੁੰਚ ਕੇ ਅਵਸਥਾ ਐਸੀ ਬਣ ਜਾਂਦੀ ਹੈ ਕਿ ਜੀਵ ਆਨੰਦ ਦੇ ਵਿੱਚ ਇੱਕ ਰਸ ਇਤਨਾ ਲੀਨ ਹੋ ਜਾਂਦਾ ਹੈ ਕਿ ਦੁਬਾਰਾ ਫਿਰ ਇਹ ਸੰਸਾਰ ਵਿੱਚ ਵਾਪਸ ਨਹੀਂ ਆਉਣਾ ਚਾਹੁੰਦਾ। ਜਿਸ ਜਾਣੇ ਬੰਧਨ ਕਟੈ ਮਿਟੈ ਅੰਧ ਤਮ ਕੋਪ। ਅੰਧ ਅਗਿਆਨਤਾ ਦਾ ਤਮ ਹਨੇਰਾ ਜਿਹੜਾ ਹੈ, ਅਗਿਆਨਤਾ ਦੇ ਖੂਹ ਵਿੱਚ ਬੰਦਾ ਡਿੱਗਿਆ, ਘੁੱਪ ਗਾੜੇ ਹਨੇਰੇ ਵਿੱਚ, ਇਹ ਜਿਹੜੇ ਨੂੰ ਬੰਧਨ ਪਏ ਹੋਏ ਨੇ। ਹੁਣ ਜੇ ਆਪਾਂ ਕਹੀਏ ਕਿ ਆਪਾਂ ਨੂੰ ਚਾਨਣ ਹੈ, ਇਹ ਗੱਲ ਗਲਤ ਹੈ। ਆਪਾਂ ਨੂੰ ਕੋਈ ਚਾਨਣ ਚੁੰਨਣ ਨਹੀਂ ਕਿਸੇ ਨੂੰ, ਉਹ ਚਾਨਣ ਬਹੁਤ ਦੂਰ ਹੈ, ਉਹ ਗਿਆਨ ਬੜੀ ਦੂਰ ਦੀ ਗੱਲ ਹੈ। ਉਹ ਕੋਈ ਰੱਬ ਦੇ ਪਿਆਰੇ ਬਖਸ਼ੇ ਹੋਏ ਸੰਗਤ 'ਚ ਬੈਠੇ ਹੋਣ, 2 4 6 ਤੱਕ ਦੀ ਗਿਣਤੀ ਹੋ, 10 ਤੱਕ ਜਾਣੇ ਹੋਣਗੇ, ਮੁਸ਼ਕਲ ਨਾਲ 10 ਬੰਦੇ ਐਸੇ ਮਿਲ ਜਾਣ, 2 3 4 ਤੱਕ ਮਿਲਦੇ ਨੇ ਜਿਨ੍ਹਾਂ ਦੇ ਅੰਦਰ ਗਿਆਨ ਹਰ ਵਕਤ ਸਲਾਮਤ ਰਹਿੰਦਾ ਹੈ। ਨਹੀਂ ਤਾਂ ਗਿਆਨ ਤਾਂ ਉਦੋਂ ਹੀ ਸਲਾਮਤ ਹੈ ਜਦੋਂ ਤੱਕ ਆਪਾਂ ਸੁਣਦੇ ਹਾਂ। ਹੁਣ ਤਾਂ ਆਪਾਂ ਸਾਰੇ ਬ੍ਰਹਮ ਗਿਆਨੀ ਆ ਇਸ ਵਕਤ ਕਥਾ ਸੁਣਦੇ ਹੋਏ। ਜਦੋਂ ਬਾਹਰ ਜਾਂ ਹੁਣ ਅਸਤੋਤਰ ਪੜ੍ਹ ਕੇ ਦੇਗ ਵਰਤੀ, ਜੇ ਦੇਗ ਘੱਟ ਵੱਧ ਮਿਲ ਗਈ ਜਾਂ ਦੇਗ ਵਾਲਾ ਪਰੇ ਨੂੰ ਚਲਿਆ ਗਿਆ, ਉੱਥੇ ਹੀ ਗੁੱਸਾ ਚੜ ਜਾਣਾ, ਉਹ ਪਰੇ ਨੂੰ ਤੁਰਿਆ ਜਾਂਦਾ, ਇੱਧਰ ਨੂੰ ਨਹੀਂ ਆਉਂਦਾ, ਇਹ ਉੱਥੇ ਹੀ ਸਭ ਗਿਆਨ ਖਤਮ ਹੋ ਜਾਣਾ ਆਪਣਾ। ਇਹ ਗਿਆਨ ਦੇ ਵਿੱਚ ਟਿਕ ਕੇ ਰਹਿਣਾ ਹੀ ਬ੍ਰਹਮ ਗਿਆਨ ਹੈ, ਜਿਹੜਾ 24 ਘੰਟੇ ਟਿਕਿਆ ਰਹਿੰਦਾ ਹੈ। ਅਤੇ ਅਗਿਆਨ ਇਹਦਾ ਨਾਮ ਹੀ ਹੈ ਕਿ ਜਿਹੜਾ ਗਿਆਨ ਦੇ ਵਿੱਚੋਂ ਬਾਹਰ ਨਿਕਲ ਜਾਣਾ ਹੈ। ਸਵਈਆ ਛੰਦ ਇਸ਼ਟ ਕਹੈ ਪ੍ਰਿਆ ਬਸਤ ਕੇ ਦਰਸ਼ਨ। ਹੁਣ 5 ਕੋਸ਼ਾਂ ਨੂੰ ਪ੍ਰਾਰੰਭ ਕਰਦੇ ਨੇ ਕਿ 5 ਕੋਸ਼ ਆਪਣੇ ਸਰੀਰ ਵਿੱਚ ਨੇ। ਸੂਖਮ ਜਿਹਾ ਵਿਸਥਾਰ ਹੈ ਇਹਨਾਂ ਦਾ, ਇੱਥੇ ਬਹੁਤਾ ਜ਼ਿਆਦਾ ਨਹੀਂ ਹੈ, ਵੈਸੇ ਤਾਂ ਇਹਨਾਂ ਦਾ ਵਿਸਥਾਰ ਬਹੁਤ ਵੱਡਾ ਹੈ। ਇੱਕ ਪੰਛੀ ਦੇ ਰੂਪ ਵਿੱਚ ਇਹਦਾ ਅਲੰਕਾਰ ਬਣਾਉਣਗੇ। ਪੰਛੀ ਦਾ ਇੱਕ ਸਿਰ ਹੁੰਦਾ ਹੈ, 2 ਖੰਭ ਹੁੰਦੇ ਨੇ, ਇੱਕ ਪੂਛ ਹੁੰਦੀ ਹੈ। ਤਾਂ ਪਹਿਲਾਂ ਕੁਛ ਇਹਦਾ ਇਸ ਤਰ੍ਹਾਂ ਵਿਆਖਿਆ ਕਰਦੇ ਨੇ, ਇਸ਼ਟ ਕਹੈ ਪ੍ਰਿਯ ਬਸਤ ਕੋ ਦਰਸ਼ਨ। ਪਿਆਰੀ ਵਸਤੂ ਦੇ ਦਰਸ਼ਨ ਹੋ ਜਾਣ, ਉਸ ਨੂੰ ਇਸ਼ਟ ਕਹਿੰਦੇ ਨੇ, ਜਿਹੜਾ ਸਾਹਮਣੇ ਦਰਸ਼ਨ ਪਿਆਰਾ ਨਜ਼ਰ ਆ ਜਾਵੇ। ਸੀਸ ਇਹੀ ਪੰਛੀ ਕੋ ਜਾਨ। ਕਹਿੰਦੇ ਇਹ ਜਾਣੋ ਕਿ ਇੱਕ ਪੰਛੀ ਦਾ ਸਿਰ ਹੈ, ਅਲੰਕਾਰ ਬਣਾ ਰਹੇ ਹਨ ਇਹਦਾ। ਸੋ ਪ੍ਰਾਪਤ ਲਖ ਮੋਦ ਦਹਨ ਪਰ। ਹੁਣ ਉਹ ਚੀਜ਼ ਸਾਹਮਣੇ ਨਜ਼ਰ ਆ ਗਈ, ਉਹ ਬੜਾ ਵਧੀਆ ਹੈ। ਕੁਛ ਵੀ ਲਾ ਲਓ ਅੰਦਾਜ਼ਾ ਕਿਸੇ ਵੀ ਗੱਲ ਦਾ, ਕੋਈ ਖਾਣ ਵਾਲੀ ਚੀਜ਼ ਲੱਭਦੇ ਆ, ਬੜੀ ਲੱਭੀ ਲੱਭਦੇ ਆ ਸਾਹਮਣੇ ਨਜ਼ਰ ਆ ਗਈ, ਉਹ ਦੁਕਾਨ ਤੇ ਪਈ ਹੈ। ਪਿਆਰੀ ਚੀਜ਼ ਜਿਹੜੀ ਆਪਾਂ ਚਾਹੁੰਦੇ ਆ, ਉਹਦੀ ਜਿਹੜੀ ਪ੍ਰਾਪਤੀ ਹੈ, ਉਹਦਾ ਜਿਹੜਾ ਦਰਸ਼ਨ ਹੈ, ਇਹ ਬੜਾ ਚੰਗਾ ਹੈ ਕਿ ਇਹ ਚੀਜ਼ ਮਿਲ ਗਈ। ਇਹ ਕਹਿੰਦੇ ਇੱਕ ਪੰਛੀ ਬਣ ਗਿਆ, ਉਹਨੂੰ ਜਿਹੜਾ ਪ੍ਰਾਪਤ ਕਰ ਲੈਣਾ, ਜਾ ਕੇ ਖਰੀਦ ਲਿਆ ਆਪਾਂ ਨੇ, ਮੁੱਲ ਲੈ ਲਿਆ, ਉਹ ਹੈਗਾ ਮੋਦ। ਉਸ ਆਨੰਦ ਦਾ ਨਾਮ ਮੋਦ ਹੈ। ਇਹ ਦਾਇਨਾ ਸੱਜਾ ਖੰਭ ਇਹ ਪੰਛੀ ਦਾ ਜਾਣੋ। ਭੋਗਨ ਹੈ ਪਰ ਮੋਦ ਪਰ ਆਨ। ਜਦੋਂ ਲੈ ਕੇ ਚੀਜ਼ ਖਰੀਦ ਤਾਂ ਲਈ, 2 ਗੱਲਾਂ ਤਾਂ ਹੋ ਗਈਆਂ। ਇੱਕ ਤਾਂ ਲੱਭੀ ਨਹੀਂ ਬਾਜ਼ਾਰ 'ਚ, ਲੱਭ ਗਈ, ਰੱਬ ਦਾ ਸ਼ੁਕਰ ਆ, ਕਹਿੰਦੇ ਸਾਹਮਣੇ ਪਈ ਹੈ। ਇਹਦੀ ਪ੍ਰਾਪਤੀ ਮੋਦ ਆਨੰਦ ਕਹਿਲਾਉਂਦੀ ਹੈ। ਖਰੀਦ ਲਈ ਬਈ, ਆਪਣੀ ਹੁਣ ਜੇਬ 'ਚ ਹੈ ਜਾਂ ਆਪਣੇ ਥੈਲੇ ਵਿੱਚ ਹੈ। ਹੁਣ ਇਹਨੂੰ ਕੱਟ ਕੇ ਖਾਣਾ, ਇਹਨੂੰ ਪ੍ਰਮੋਦ ਆਨੰਦ ਕਹਿੰਦੇ ਨੇ। ਇਸ ਤਰ੍ਹਾਂ ਦੇ ਨਾਲ
ਇਹ ਜਿਹੜਾ ਪ੍ਰਮੋਦ ਆਨੰਦ ਹੈ ਇਹ ਸੱਜਾ ਪਰ ਹੋ ਗਿਆ ਇੱਕ ਜਾਂ ਖੱਬਾ ਪਰ ਇਹ ਹੋ ਗਿਆ। ਪਹਿਲਾਂ ਦਹਿਣਾ ਕਿਹਾ ਸੀ ਸੱਜਾ ਪਰ ਤੇ ਖੱਬਾ ਪਰ ਪ੍ਰਮੋਦ ਆਨੰਦ ਹੋ ਗਿਆ। ਹੁਣ ਆਨੰਦ ਸਰੂਪ ਕੋਸ਼ ਕੋ, ਇਹ ਜਿਹੜਾ ਹੈ ਨਾ ਆਨੰਦਮय ਕੋਸ਼, ਇਹਨੂੰ ਕਹਿੰਦੇ ਆਨੰਦ ਸਰੂਪ ਕੋਸ਼। ਤਿੱਥੈ ਨਾਦ ਵਿਨੋਦ ਕੋਡ ਆਨੰਦ। ਆਪਾਂ ਪੜ੍ਹ ਕੇ ਤਾਂ ਰੋਜ਼ ਹੀ ਜਾਂਦੇ ਜਪਜੀ ਸਾਹਿਬ ਦੇ ਵਿੱਚ, ਪਰ ਜਪਜੀ ਸਾਹਿਬ ਦੇ ਅਰਥ ਇੰਨੇ ਡੂੰਘਾਈ 'ਚ ਨੇ ਕਿ ਜੇ ਆਪਾਂ ਸਧਾਰਨ ਤੌਰ ਤੇ ਸਿੰਗਲ ਪੰਕਤੀ ਇੱਕ ਇੱਕ ਪੜ੍ਹੀਏ ਫਿਰ ਤਾਂ ਇਹਦਾ ਕੋਈ ਪਤਾ ਹੀ ਨਹੀਂ ਲੱਗਦਾ, ਫਿਰ ਤਾਂ ਆਪਾਂ ਸੌਖੇ ਸੌਖੇ ਜੇ ਪੜ੍ਹ ਜਾਂਦੇ ਆ। ਇਹਦੇ ਜਪਜੀ ਸਾਹਿਬ ਦੇ ਇਕੱਲੇ ਅਰਥਾਂ ਤੇ 2 ਮਹੀਨੇ ਲੱਗੇ ਆ। 2 ਮਹੀਨਿਆਂ 'ਚ 35 ਕੈਸਟਾਂ ਬਣੀਆਂ ਕੁੱਲ 60-60 ਮਿੰਟ ਦੀਆਂ। ਤੇ ਇਸ ਕਰਕੇ ਇੰਨੇ ਸਮੇਂ ਦੇ ਵਿੱਚ ਜਿਹੜਾ ਇੰਨੀ ਵਿਆਖਿਆ ਇਹਦੇ 'ਚ ਹੋਈ ਹੈ, ਕਿੱਥੇ ਨਾਦ ਕਿਹਨੂੰ ਕਹਿੰਦੇ, ਵਿਨੋਦ ਆਨੰਦ, ਕੋੜ ਆਨੰਦ। ਇੱਥੇ ਵੀ ਕਹਿੰਦੇ ਪ੍ਰਾਪਤੀ ਪਹਿਲਾਂ, ਫਿਰ ਪ੍ਰਾਪਤੀ ਤੋਂ ਬਾਅਦ ਇਹ ਇੱਕ ਪ੍ਰਮਾਣ ਹੀ ਆਉਂ ਬਣ ਗਿਆ। ਕਿਸੇ ਦਾ ਬੱਚਾ ਗੁੰਮ ਹੋ ਗਿਆ ਮਹੱਲੇ ਦੇ ਵਿੱਚ, ਸਾਰੇ ਘਰ 'ਚ ਸੋਗ ਪੈ ਗਿਆ, ਮਹੱਲੇ ਵਾਲੇ ਵੀ ਰਿਸ਼ਤੇਦਾਰ ਵੀ ਅਫਸੋਸ ਨੂੰ ਆ ਰਹੇ ਨੇ, ਬੱਚਾ ਗੁੰਮ ਗਿਆ। ਸੋ 8-10 ਸਾਲ ਦਾ ਬੱਚਾ ਜਾਂ ਦੌੜ ਗਿਆ। ਕਿਸੇ ਨੇ ਬਿਲਕੁਲ ਸੋਗਮਈ ਪਰਿਵਾਰ ਵਿੱਚ ਆ ਕੇ ਇੱਕ ਖੁਸ਼ੀ ਦੀ ਲਹਿਰ ਜਗਾਈ। ਉਹ ਕਿਹੜੀ? ਇਹ ਕਿ ਆ ਕੇ ਕਿਹਾ ਕਿ ਤੁਹਾਡਾ ਬੱਚਾ, ਅਸੀਂ ਆਨੰਦਪੁਰ ਸਾਹਿਬ ਗਏ ਸੀ ਮੱਥਾ ਟੇਕਣ, ਇਹੀ ਜੀ ਜਿਵੇਂ ਸ਼ਕਲ ਤੁਸੀਂ ਦੱਸਦੇ ਹੋ ਆ ਫੋਟੋ ਅਸੀਂ ਲੰਗਰ 'ਚ ਦੇਖਿਆ, ਉੱਥੇ ਭਾਂਡੇ ਮਾਂਜਦਾ ਸੀ ਬੈਠਾ। ਇਹ ਇੱਕ ਬਹੁਤ ਪਿਆਰੀ ਚੀਜ਼ ਦਾ ਦਰਸ਼ਨ ਜਿਹੜਾ ਹੈ, ਉਹਦੇ ਵਾਸਤੇ ਜਿਹੜਾ ਪਹਿਲਾਂ ਸੁਣਿਆ ਅੱਖਰ ਹੈ, ਮਾਂ ਨੇ, ਪਿਤਾ ਨੇ, ਭਰਾ ਨੇ, ਭੈਣ ਨੇ, ਰਿਸ਼ਤੇਦਾਰਾਂ ਨੇ, ਬਹੁਤ ਖੁਸ਼ੀ ਹੋਈ। ਉਸੇ ਵਕਤ ਗੱਡੀ ਲੈ ਕੇ 2-3 ਘੰਟੇ 'ਚ ਆਨੰਦਪੁਰ ਸਾਹਿਬ ਪਹੁੰਚ ਗਏ। ਉਹ ਬੰਦੇ ਨੇ ਦੂਰੋਂ ਦਿਖਾਇਆ ਮਾਂ-ਬਾਪ ਨੂੰ, ਉਹ ਬੱਚਾ ਤੁਹਾਡਾ ਹੀ ਹੈ ਨਾ? ਹਾਂ, ਇਹ ਸਾਡਾ ਹੈ। ਇਹਨੂੰ ਕਹਿੰਦੇ ਇਸ਼ਟ ਕਹੇ ਪ੍ਰੇ ਬਸਤ ਕੋ ਦਰਸ਼ਨ, ਪਿਆਰੀ ਵਸਤੂ ਦੇ ਦਰਸ਼ਨ ਹੋ ਗਏ ਸਾਹਮਣੇ। ਸੇ ਸੀਸ ਇਹੀ ਪੰਛੀ ਕੋ ਜਾਨ ਹੈ। ਇਹ ਮੰਨ ਲਓ ਪੰਛੀ ਦਾ ਇੱਕ ਸਿਰ ਬਣ ਗਿਆ। ਆਨੰਦ ਦੀ ਸ਼ੁਰੂਆਤ ਕਿਵੇਂ ਕਰਦੇ ਆਪਾਂ? ਇੱਥੋਂ ਆਨੰਦ ਸ਼ੁਰੂ ਹੋਇਆ ਭਾਵ ਸਿਰ ਤੋਂ, ਇਹ ਬਣ ਗਿਆ ਆਨੰਦ ਦਾ ਸਿਰ। ਉਦੋਂ ਬਾਅਦ ਜਦੋਂ ਮਾਤਾ ਉਹ ਬੱਚੇ ਦੇ ਨੇੜੇ ਪਹੁੰਚੀ, ਹਾਂ ਪੱਕਾ ਵਿਸ਼ਵਾਸ ਹੋ ਗਿਆ ਕਿ ਇਹੀ ਹੈ, ਤਾਂ ਮਾਂ ਨੇ ਜਾ ਕੇ ਗਲਵੱਕੜੀ 'ਚ ਲੈ ਲਿਆ, ਉਹਨੂੰ ਕੁੱਟ ਕੇ ਪਿਆਰ ਕੀਤਾ, ਤੂੰ ਮੇਰਾ ਪੁੱਤਰ ਕਿੱਧਰ ਚਲਾ ਗਿਆ ਸੀ। ਇਹ ਜਿਹੜਾ ਮਾਂ ਨੂੰ ਆਨੰਦ ਮਿਲਿਆ, ਪਿਤਾ ਨੂੰ ਆਨੰਦ ਮਿਲਿਆ, ਇਹਨੂੰ ਮੋਦ ਕਹਿੰਦੇ ਨੇ। ਦਹਨ ਸੱਜਾ, ਇਹ ਸੱਜਾ ਖੰਭ ਤਿਆਰ ਹੋ ਗਿਆ ਆਨੰਦ ਦਾ। ਸੋ ਹੁਣ ਉਹਨੂੰ ਜਦੋਂ ਘਰ ਲੈ ਆਏ, ਘਰ ਦੇ ਵਿੱਚ ਮਾਂ ਨੇ ਦੇਖਿਆ ਮੇਰਾ ਪੁੱਤ ਫੇਰ ਖੇਡਦਾ ਹੈ, ਫੇਰ ਇੱਧਰ ਜਾਂਦਾ ਹੈ, ਤੂੰ ਪੁੱਤਰ ਦੁੱਧ ਪੀ। ਮਾਂ ਬੈਠੀ ਦੇਖਦੀ ਹੈ, ਇਹ ਪ੍ਰਮੋਦ ਬਣ ਗਿਆ ਉਹਦਾ। ਬੜੀ ਖੁਸ਼ੀ ਹੋਈ, ਬਹੁਤ ਖੁਸ਼ੀ ਦੀ ਗੱਲ ਹੈ। ਗੁਆਂਢੀ ਖੁਸ਼ ਨੇ, ਮਹੱਲਾ ਖੁਸ਼ ਹੈ, ਖੁਸ਼ੀਆਂ ਦੇ ਫੋਨ ਵੱਜ ਉੱਠੇ ਨੇ, ਚਾਰੇ ਪਾਸੇ ਵਧਾਈਆਂ ਦੇ ਰਹੇ ਲੋਕ। ਇਹਨੂੰ ਕਹਿੰਦੇ ਪ੍ਰਮੋਦ ਮਿਲ ਗਿਆ, ਭਾਵ ਖੱਬਾ ਜਿਹੜਾ ਖੰਭ ਸੀਗਾ ਉਹ ਲੱਗ ਗਿਆ। ਇਸ ਕਰਕੇ ਇਹਨੂੰ ਕਹਿੰਦੇ ਆਨੰਦ ਸਰੂਪ ਕੋਸ਼। ਇਹ ਤਾਂ ਇੱਕ ਪ੍ਰਮਾਣ ਹੀ ਹੈ ਬਸ। ਇਹਦੇ ਉੱਤੇ ਦਾ ਦ੍ਰਿਸ਼ਟਾਂਤ ਇਉਂ ਬਣ ਜਾਂਦਾ ਹੈ, ਜਿਵੇਂ ਆਪਾਂ ਕਥਾ 'ਚ ਸੁਣਦੇ ਆਂ ਗੁਰੂ ਨਾਨਕ ਦੇਵ ਜੀ ਦੇ ਕੌਤਕ, 6ਵੇਂ ਪਾਤਸ਼ਾਹ ਦੇ, 10ਵੇਂ ਪਾਤਸ਼ਾਹ ਦੇ, ਪਰਮਾਤਮਾ ਦੇ ਕੌਤਕ ਕਥਾ 'ਚ ਸੁਣੇ ਨੇ। ਸੁਣ ਕੇ ਪਿਆਰੀ ਚੀਜ਼ ਦਾ ਭਾਵ ਪਿਆਰੇ ਸਰੂਪ ਦਾ ਦਰਸ਼ਨ ਕਰਨ ਨੂੰ ਜੀ ਕਰਦਾ ਹੈ। ਜਦੋਂ ਉਹ ਦਰਸ਼ਨ ਹੋ ਜਾਂਦੇ ਨੇ ਗੁਰਾਂ ਦੇ, ਤਾਂ ਆਪਾਂ ਨੂੰ ਆਨੰਦ ਬਣ ਜਾਂਦਾ। ਜਦੋਂ ਦਰਸ਼ਨ ਦੇ ਕੇ ਚਲੇ ਜਾਂਦੇ ਨੇ ਤਾਂ ਉਹ ਉਹਨਾਂ ਆਨੰਦ ਨਹੀਂ ਰਹਿ ਜਾਂਦਾ। ਫਿਰ ਆਪਾਂ ਪ੍ਰਾਪਤੀ ਲਈ ਬੇਨਤੀ ਕਰਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਹਿੰਦੇ ਨੇ, ਵਿਸਾਖ ਦੇ ਮਹੀਨੇ ਦੁਆਰਾ ਜਿਹੜਾ ਉਪਦੇਸ਼ ਕਰਦੇ ਨੇ ਕਿ ਵਿਸਾਖ ਧੀਰਨ ਕਿਉਂ ਵੰਡਿਆ ਜਿਨ੍ਹਾਂ ਪ੍ਰੇਮ ਵਿਛੋਹ। ਅਖੀਰ ਤੇ ਜਾ ਕੇ ਕਹਿੰਦੇ ਨੇ, ਇਹਦੇ ਵਿੱਚ ਇੱਕ ਪੰਕਤੀ ਆਉਂਦੀ ਇਸ ਤਰ੍ਹਾਂ ਕਿ ਮਿਲੋ ਪ੍ਰਾਪਤ ਹੋਏ, ਪ੍ਰਭ ਮਿਲੋ ਪ੍ਰਾਪਤ ਹੋਏ। ਪ੍ਰਭੂ ਜੀ ਮਿਲੋ ਤਾਂ ਸਹੀ, ਪਰ ਪ੍ਰਾਪਤ ਪੱਕੇ ਤੌਰ ਤੇ ਹੋਵੋ। ਉਹ ਪਹਿਲਾ ਮੋਦ ਹੈ ਦਰਸ਼ਨਾਂ ਦਾ, ਫਿਰ ਪ੍ਰਮੋਦ ਹੈ ਪ੍ਰਾਪਤੀ ਦਾ। ਇੱਥੇ ਜਾ ਕੇ ਬਣ ਜਾਂਦਾ ਹੈ ਬਿਲਕੁਲ ਆਨੰਦ ਸਰੂਪ। ਇਸੇ ਤਰ੍ਹਾਂ ਹੀ ਨਾਮ ਦਾ ਆਨੰਦ ਹੈ। ਨਾਮ ਦੇ ਆਨੰਦ ਦਾ ਆਪਾਂ ਵਿਆਖਿਆ ਕਰਦੇ ਹਾਂ। ਨਾਮ ਦਾ ਬੜਾ ਆਨੰਦ ਹੈ, ਬੜਾ ਆਨੰਦ ਹੈ। ਪਿਆਰਾ ਲੱਗਣ ਲੱਗ ਪਿਆ ਨਾਮ। ਜਿੱਥੇ ਕੋਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਉੱਥੇ ਜੀ ਕਰਦਾ ਬਹਿ ਜਾਈਏ, ਕੀਰਤਨ ਕਰਦਾ ਉੱਥੇ ਬਹਿ ਜਾਈਏ, ਪਰ ਪੂਰਾ ਆਨੰਦ ਨਹੀਂ ਆਇਆ। ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਜਦੋਂ ਕੰਠ ਵਿੱਚ ਜਾਪ ਹੋ ਗਿਆ,
ਹਿਰਦੇ ਵਿੱਚ ਜਾਪ ਹੋ ਗਿਆ ਤਾਂ ਪ੍ਰਮੋਦ ਹੋ ਗਿਆ। ਉਦੋਂ ਜਦੋਂ ਪੂਰਨ ਆਨੰਦ ਵਿੱਚ ਲੀਨ ਹੋ ਗਿਆ ਜਾ ਕੇ, ਉਹਨੂੰ ਕਹਿੰਦੇ ਆਨੰਦ ਸਰੂਪ ਕੋਸ਼। ਇਹ ਆਨੰਦਮय ਕੋਸ਼ ਵਿੱਚ ਚਲਿਆ ਗਿਆ ਹੈ। ਬ੍ਰਹਮ ਪੂਛ ਲਖੀਐ ਤੇ ਛਟਾਨ। ਕਹਿੰਦੇ ਹੁਣ ਰਹਿ ਗਈ ਪੰਛੀ ਦੀ ਪੂਛ। ਉਹ ਪੂਛ ਹੈ ਜਿਹੜਾ ਬ੍ਰਹਮ ਹੈ ਨਾ, ਇਹ ਅਧਿਸ਼ਟਾਨ ਹੁੰਦਾ ਆਸਰਾ। ਆਸਰਾ ਰੂਪੀ ਜੋ ਬ੍ਰਹਮ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ, ਕਿਉਂਕਿ ਜੇ ਬ੍ਰਹਮ ਹੀ ਨਹੀਂ ਹੈ ਫੇਰ ਤਾਂ ਨਾ ਪਿਆਰੀ ਵਸਤੂ ਹੈ, ਨਾ ਆਪਾਂ ਹਾਂ, ਨਾ ਮੋਦ ਹੈ, ਨਾ ਪ੍ਰਮੋਦ ਹੈ। ਹੁਣ ਪੰਛੀ ਦੇ ਸਰੂਪ ਨੂੰ ਪੂਰਾ ਕਿੱਥੋਂ ਕਰਦੇ ਆ? ਜਦੋਂ ਪੂੰਛ ਲਾ ਦਿੰਦੇ ਆ ਉਹਨੂੰ। ਪੂੰਛ ਲਾਉਣ ਦੇ ਨਾਲ ਕਹਿੰਦੇ ਅਸਲ ਵਿੱਚ ਚੀਜ਼ ਉਦੋਂ ਹੀ ਪੂਰੀ ਹੋ ਜਾਂਦੀ ਜਾ ਕਰਕੇ। ਤਾਂ ਕਹਿੰਦੇ ਨੇ ਇਸ ਤਰੀਕੇ ਨਾਲ ਕਿ ਬ੍ਰਹਮ ਜੋ ਉਹਦਾ ਆਸਰਾ ਰੂਪ ਹੈ, ਇਹ ਇਸ ਪੰਛੀ ਦੀ ਇੱਕ ਪ੍ਰਕਾਰ ਦੀ ਪੂਛ ਬਣਾ ਦਿੱਤੀ ਹੈ। ਬ੍ਰਹਮ ਅਵੈਵ ਭਇਓ ਨੈ ਸ਼ੰਕ। ਕਹਿੰਦੇ ਇਹ ਸ਼ੰਕਾ ਨਾ ਕਰੋ ਕਿ ਬ੍ਰਹਮ ਅਵੈਵ ਹੁੰਦਾ ਅੰਗਾਂ ਵਾਲਾ। ਵੈਸੇ ਤਾਂ ਬ੍ਰਹਮ ਦਾ ਕੋਈ ਅੰਗ ਨਹੀਂ ਹੈ, ਪਰ ਸ਼ੰਕਾ ਨਾ ਕਰੋ। ਆਸ਼ਰਿਤ ਤੇ ਕੈ ਪੁੰਛ ਸਮਾਨ। ਕਿਉਂਕਿ ਆਸ਼ਰਿਤ ਜਿਹੜਾ ਆਸ਼ਰਾ ਦੇਣ ਵਾਲਾ ਹੈ ਨਾ, ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪੂੰਛ ਸਮਾਨ ਹੈ। ਉਹ ਆਸ਼ਰਾ ਜੋ ਦੇਣ ਵਾਲਾ ਸਾਰਿਆਂ ਨੂੰ, ਇਸ ਕਰਕੇ ਉਹਨੂੰ ਵਿੱਚ ਤਾਂ ਲਾਇਆ ਹੈ। ਦੋਹੇਰਾ ਕਾਰਨ ਇਹੀ ਸਰੀਰ ਹੈ, ਵੈਸ਼ਿਸ਼ਟ ਜੀਵ ਇੱਕ ਕੇਰ। ਹੁਣ ਕਾਰਨ ਸਰੀਰ ਹੈ ਇੱਕ ਆਪਣਾ। ਆਪਣੇ ਕੁੱਲ 3 ਸਰੀਰ ਨੇ। ਆਪਾਂ ਤਾਂ ਇੱਕ ਨਜ਼ਰ ਆਉਂਦਾ ਹੈ, ਸਥੂਲ ਸਰੀਰ ਹੈ ਪਹਿਲਾ ਜਿਹੜਾ ਸਾਹਮਣੇ ਨਜ਼ਰ ਆਉਂਦਾ ਹੈ। ਇੱਕ ਸਾਡਾ ਸੂਖਮ ਸਰੀਰ ਹੈ, ਇਹਨੂੰ ਲਿੰਗ ਸਰੀਰ ਵੀ ਕਹਿੰਦੇ ਆ। ਇੱਕ ਸਾਡਾ ਕਾਰਨ ਸਰੀਰ ਹੈ। ਹੁਣ ਜਿਵੇਂ ਆਪਾਂ ਕਹਿੰਦੇ ਬਈ ਬੰਦਾ ਮਰਨ ਤੋਂ ਬਾਅਦ ਦਿਖਦਾ ਨਹੀਂ, ਉਹ ਕਿਉਂਕਿ ਪਹਿਲਾ ਸਥੂਲ ਸਰੀਰ ਖਤਮ ਹੋ ਜਾਂਦਾ ਹੈ, ਫਿਰ ਸੂਖਮ ਸਰੀਰ ਹੁੰਦਾ ਆਪਣਾ ਇੱਕ। ਸੂਖਮ ਸਰੀਰ ਤੋਂ ਬਾਅਦ ਆਪਣਾ ਇੱਕ ਕਾਰਨ ਸਰੀਰ ਹੁੰਦਾ ਹੈ। ਇੱਥੇ ਕਾਰਨ ਸਰੀਰ ਦੀ ਗੱਲ ਕਰਦੇ ਨੇ। ਕਾਰਨ ਇਹੀ ਸਰੀਰ ਹੈ, ਵਿਅਸਟ। ਵਿਅਸਟ ਜੀਵ ਇੱਕ ਕੇਰ। ਵਿਅਸਟ ਹੁੰਦਾ ਕੱਲਾ ਕੱਲਾ। ਕੱਲੇ ਕੱਲੇ ਜੀਵ ਦੇ ਵਿੱਚ ਕਾਰਨ ਸਰੀਰ ਬਣ ਜਾਂਦਾ ਹੈ। ਪਰ ਉਹ ਜੋ ਈਸ਼ਵਰ ਹੈ ਉਹ ਤਾਂ ਸਾਰਿਆਂ ਦੇ ਵਿੱਚ ਹੀ ਹੈ। ਕਿਉਂਕਿ ਜਿਵੇਂ ਇੱਕੋ ਖੰਡ ਦੇ ਖਿਡੌਣੇ ਵੱਖਰੇ ਵੱਖਰੇ ਨੇ, ਉਹਨਾਂ 'ਚ ਕੋਈ ਚਿੜੀ ਬਣਾਤੀ, ਕੋਈ ਤੋਤਾ, ਕੋਈ ਹਾਥੀ, ਕੋਈ ਮੋਰ ਬਣਾ ਦਿੱਤਾ, ਉਹ ਤਾਂ ਹੈ ਕੱਲਾ ਕੱਲਾ। ਇਹਨੂੰ ਤਾਂ ਕਹਿੰਦੇ ਨੇ ਵਿਅਸ਼ਟੀ। ਇੱਕ ਹੁੰਦਾ ਸਮਸ਼ਟੀ। ਜਿਵੇਂ ਆਪਾਂ ਕਹਿੰਦੇ ਖਿਡੌਣੇ ਤਾਂ ਬੜੇ ਵਧੀਆ ਨੇ, ਪਰ ਹੈ ਸਾਰੇ ਖੰਡ ਦੇ ਹੀ, ਹੈ ਸਾਰਿਆਂ ਵਿੱਚ ਇੱਕੋ ਹੀ ਖੰਡ। ਇਸੇ ਤਰ੍ਹਾਂ ਹੀ ਜੀਵ ਤਾਂ ਨੇ ਵੱਖੋ ਵੱਖਰੇ ਸਾਰੇ, ਪਰ ਇਹਨਾਂ ਵਿੱਚ ਈਸ਼ਵਰ ਸਾਰਿਆਂ 'ਚ ਉਹਦੀ ਸੱਤਾ, ਉਹਦੀ ਜੋਤ ਸਾਰਿਆਂ ਦੇ ਵਿੱਚ ਇੱਕੋ ਹੀ ਜਾਨਣਾ ਕਰੋ। ਤਿਮ ਸਮਸ਼ਟ ਹੈ ਸਰੀਰ ਕੋ ਅੰਤਰ ਸਭ ਤੇਰ। ਇਸੇ ਤਰ੍ਹਾਂ ਹੀ ਕਹਿੰਦੇ ਤਿਮ ਸਮਸ਼ਟ, ਸਾਰਿਆਂ ਦੇ ਵਿੱਚ ਈਸ਼ਵਰ ਜੋ ਹੈ ਨਾ, ਉਹ ਸਾਰਿਆਂ ਅੰਦਰ ਇੱਕੋ ਹੀ ਜਾਣੋ। ਈਸ਼ਵਰ ਸਾਰਿਆਂ ਵਿੱਚ ਇੱਕ ਹੈ ਤੇ ਦੇਖਣ ਨੂੰ ਸਾਰੇ ਜੀਵ ਵੱਖੋ ਵੱਖਰੇ ਨਜ਼ਰ ਆਉਂਦੇ ਹਨ। ਇਸੀ ਉੱਪਰ ਤ੍ਰੈ ਕੋਸ਼ ਜੋ ਜਾਨੋ ਲਿੰਗ ਸਰੀਰ। ਇਹਦੇ ਉੱਪਰਲੇ ਜਿਹੜੇ 3 ਕੋਸ਼ ਅੱਗੇ ਕਹੇ ਜਾਣਗੇ, ਆਨੰਦਮय ਕੋਸ਼ ਤੋਂ ਉੱਪਰ ਅੱਗੇ ਜਾ ਕੇ, ਇਹ ਤਾਂ ਪਹਿਲਾਂ ਸੀ ਕਾਰਨ ਸਰੀਰ, ਤੇ ਹੁਣ ਉਲਟ ਚੱਲਣਗੇ। ਭਾਵ ਕਾਰਨ ਸਰੀਰ ਇੱਥੇ ਪਹਿਲਾਂ ਲਿਆ ਹੈ, ਲਿੰਗ ਸਰੀਰ ਦੂਸਰਾ ਹੈ, ਤੀਸਰਾ ਸਥੂਲ ਸਰੀਰ ਦਾ ਜ਼ਿਕਰ ਕਰਨਗੇ। ਇਹ ਕਾਰਨ ਸਰੀਰ ਵਿੱਚ ਸਿਰਫ ਆਨੰਦਮय ਕੋਸ਼ ਹੈ। ਬਹੁਤ ਹੀ ਸੂਖਮ ਜਿਵੇਂ ਕਲਾ ਹੋਵੇ ਕਿ ਸਿਰਫ ਆਨੰਦ ਜਿਹੜਾ ਹੈ, ਆਨੰਦਮय ਕੋਸ਼, ਇਹ ਸੂਖਮ ਚੀਜ਼ ਹੋਗੀ ਬਹੁਤ। ਲਿੰਗ ਸਰੀਰ ਦੇ ਵਿੱਚ ਇਹ 3 ਅਗਲੇ ਕੋਸ਼ ਕਥਨ ਕਰਕੇ ਸਮਝਾਉਣਗੇ। ਵੈਸ਼ਿਸ਼ਟ ਜੀਵ ਕੇ ਏਕ ਸਮਿਸ਼ਟ ਈਸ਼ ਕੋ ਧੀਰ। ਵਿਅਸਟ ਸਾਰੇ ਜੀਵਾਂ ਦੇ ਕੱਲੇ ਕੱਲੇ ਤਾਂ ਇਹ ਵੱਖੋ ਵੱਖਰੇ ਨੇ। ਹਰੇਕ ਦਾ ਆਪੋ ਆਪਣਾ ਸਰੀਰ ਹੈ, ਹਰੇਕ ਦਾ ਸਥੂਲ ਸਰੀਰ ਆਪੋ ਆਪਣਾ, ਬਣਤਰ, ਰੰਗ, ਕੱਦ, ਅੱਖ, ਨੱਕ, ਕੰਨ, ਇਹ ਤਾਂ ਇਸੇ ਪ੍ਰਕਾਰ ਹੀ ਲਿੰਗ ਸਰੀਰ 3 ਨੇ, ਇਹ ਵੀ ਸਾਰੇ ਸਰੀਰਾਂ ਦੇ ਵੱਖੋ ਵੱਖਰੇ ਨੇ। ਪਰ ਉਹ ਜਿਹੜਾ ਲਿੰਗ ਸਰੀਰ ਦੀ ਬਣਤਰ ਹੈ ਉਹ ਬਣਾਈ ਈਸ਼ਵਰ ਨੇ ਹੈ। ਇਸ ਕਰਕੇ ਸਾਰਿਆਂ ਦਾ ਮੁੱਖ ਰੂਪ ਵਿੱਚ ਈਸ਼ਵਰ ਹੀ 3 ਸਰੀਰਾਂ ਦਾ ਹੀ ਮਾਲਕ ਹੈ। ਕੋਸ਼ ਆਨੰਦਮਈ ਵਹਿਰ ਕੋ ਜਾਨੋ ਸਕਲ ਸਰੀਰ। ਬਾਹਰ ਬਾਹਰ ਸਾਨੂੰ ਬਾਹਰ ਦੇ ਸਾਰੇ ਸਰੀਰ ਨੂੰ ਕੋਸ਼ ਕਹਿੰਦੇ ਨੇ। ਇਸੇ ਪ੍ਰਕਾਰ ਆਨੰਦਮਈ ਨਹੀਂ, ਅੰਨਮय ਕੋਸ਼,
ਸੋ ਪਿੱਛੇ ਆਨੰਦਮਈ ਕੋਸ਼ ਤਾਂ ਹੁਣ ਖਤਮ ਹੋ ਚੁੱਕਿਆ, ਕੋਸ਼ ਅੰਨਮੈ ਬਾਹਰ ਕੋ। ਸੋ ਇਸ ਤਰ੍ਹਾਂ ਕਹਿੰਦੇ ਜਿਹੜਾ ਅੰਨਮੈ ਕੋਸ਼ ਹੈ, ਅੰਨ ਖਾਣ ਵਾਲੀ ਦੇਹੀ, ਆਪਾਂ ਨੂੰ ਇਹੀ ਹੈ ਕਿ ਮੈਂ ਸਰੀਰ ਹਾਂ, ਮੈਂ ਰੋਟੀ ਖਾਂਦਾ ਹਾਂ। ਜਦੋਂ ਮੈਂ ਜਨਮ ਲਿਆ ਸੀ ਉਦੋਂ ਮੈਂ ਦੁੱਧ ਪੀਂਦਾ ਹੁੰਦਾ ਸੀ, ਫਿਰ ਵੱਡਾ ਹੋ ਗਿਆ, ਫਿਰ ਮੈਂ ਰੋਟੀ ਖਾਣ ਵਾਲਾ ਹਾਂ। ਆਪਾਂ ਆਪਣੇ ਆਪ ਨੂੰ ਰੋਟੀ ਖਾਣ ਵਾਲਾ, ਦੁੱਧ ਪੀਣ ਵਾਲਾ ਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਵਾਲਾ ਹੀ ਮੰਨਦੇ ਆ, ਪਰ ਇਹ ਅੰਨਮੈ ਕੋਸ਼ ਜੀਵ ਮੰਨਦਾ ਆਪਣੇ ਆਪ ਨੂੰ। ਸਤਿਗੁਰੂ ਇਹਨੂੰ ਅੰਨਮੈ ਕੋਸ਼ ਵਿੱਚੋਂ ਕੱਢਦੇ ਨੇ ਬਾਹਰ। ਉਹ ਰੋਟੀਆਂ ਖਾਣ ਵਾਲਾ ਨਹੀਂ ਹੈ, ਤੂੰ ਰੋਟੀਆਂ ਖਾਣ ਨਹੀਂ ਆਇਆ, ਇੱਥੇ ਖਾਣ ਪੀਣ ਭੋਗਣ ਪੈਰਨ ਵਾਸਤੇ ਨਹੀਂ ਆਇਆ। ਕੋਸ਼ ਅੰਨਮੈ ਬਾਹਰ ਕੋ ਜਾਨੋ ਸਕਲ ਸਰੀਰ। ਕਿਵੇਂ? ਕਹਿੰਦੇ ਜਿਵੇਂ ਇੱਕ ਕੋਸ਼ ਕਹਿੰਦੇ ਮਿਆਨ ਨੂੰ, ਇਹ ਜਿਹੜਾ ਪੰਜੇ ਕੋਸ਼ ਨੇ, ਕੋਸ਼ ਹੁੰਦਾ ਮਿਆਨ, ਮਿਆਨ ਦੇ ਵਿੱਚ ਹੁੰਦੀ ਤਲਵਾਰ, ਤੇ ਇਸੇ ਤਰੀਕੇ ਨਾਲ ਸਾਡਾ ਸਰੀਰ ਤਾਂ ਹੈ ਕੋਸ਼ ਮਿਆਨ, ਤੇ ਇਹਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ, ਇਹ ਅੰਨਮੈ ਕੋਸ਼ ਤਾਂ ਬਾਹਰਲਾ ਮਿਆਨ ਹੋ ਗਿਆ, ਬਾਕੀ ਦੀਆਂ ਚੀਜ਼ਾਂ ਤਲਵਾਰ ਕਿਰਪਾਨ ਦੀ ਤਰ੍ਹਾਂ ਇਹਦੇ ਵਿੱਚ ਚਾਰ ਹੋਰ ਹਨ। ਸਿਰ ਸਿਰ ਬਾਹੋ ਬਾਹੋ ਦੁਐ ਪ੍ਰਿਸ਼ਟ ਥਿਰੈ ਜੈ ਧੀਰ। ਤੇ ਇਹ ਤਾਂ ਉਹ ਇੱਕੋ ਹੀ ਰੂਪ ਹੈ ਸਾਰੇ। ਸਿਰ ਇੱਥੇ ਕਹਿੰਦੇ ਪੰਛੀ ਦਾ ਅਲੰਕਾਰ ਬਣਾਉਣ ਦੀ ਲੋੜ ਨਹੀਂ ਪਈ, ਇਹ ਤਾਂ ਸਾਹਮਣੇ ਦਿਖਦਾ ਨਾ। ਆ ਜਿਹੜਾ ਸਥੂਲ ਸਰੀਰ ਹੈ, ਇਹ ਪਹਿਲਾਂ ਤਾਂ ਆਪਾਂ ਇੱਕ ਪੰਛੀ ਬਣਾਇਆ ਸੀ, ਸਿਰ ਬਣਾਇਆ, ਦੋ ਖੰਭ ਬਣਾਏ, ਪੂਛ ਬਣਾਈ, ਪਰ ਇੱਥੇ ਸਥੂਲ ਸਰੀਰ ਦੇ ਦਿਖਦਿਆਂ ਅਲੰਕਾਰ ਬਣਾਉਣ ਦੀ ਲੋੜ ਨਹੀਂ। ਸਿਰ ਦੀ ਥਾਂ ਤਾਂ ਸਿਰ ਹੈ, ਖੰਭਾਂ ਦੀ ਥਾਂ ਦੋ ਬਾਹਾਂ ਨੇ, ਤੇ ਜਿਹੜੀ ਆਪਣਾ ਹੈ ਪਿਛਲਾ ਹਿੱਸਾ ਪਿੱਠ ਦਾ ਤੋਂ ਲੈ ਕੇ ਸਾਰੇ ਪੈਰਾਂ ਤੱਕ, ਇਹ ਮਾਨੋ ਇੱਕ ਪੂਛ ਬਣ ਗਈ ਹੈ। ਚੌਪਈ ਪੰਚ ਕੋਸ਼ ਪੰਛੀ ਪੰਚ ਕਹੈ। ਪੰਜ ਕੋਸ਼ ਪੰਜ ਪੰਛੀ ਕਹੇ ਹਨ, ਕਹਿੰਦੇ ਅਲੰਕਾਰ ਬਣਾ ਕੇ। ਬੀਚ ਵੇਦ ਕੇ ਸੰਤਨ ਲਹੇ। ਇਹ ਗਿਆਨ ਗ੍ਰੰਥਾਂ ਦੇ ਵਿੱਚ ਸੰਤਾਂ ਨੇ ਜਾਣਿਆ ਹੈ ਇਸ ਤਰ੍ਹਾਂ। ਵੇਦਾਂਤ, ਵੇਦਾਂ ਦਾ ਸਾਰ ਤੱਤ ਜੋ ਹੈ। ਪੰਜ ਕਰਮ ਇੰਦਰੀ ਪੰਜ ਪ੍ਰਾਨ। ਹੁਣ ਪ੍ਰਾਣਮੈ ਕੋਸ਼ ਚੱਲਿਆ ਹੈ। ਪਹਿਲਾਂ ਆਪਾਂ ਸੁਣਿਆ ਆਨੰਦਮੈ ਕੋਸ਼, ਫਿਰ ਸੁਣਿਆ ਆਪਾਂ ਅੰਨਮੈ ਕੋਸ਼, ਕਿਹਨੂੰ ਕਹਿੰਦੇ? ਰੋਟੀਆਂ ਖਾਣ ਵਾਲਾ ਬਾਹਰਲਾ ਸਰੀਰ। ਹੁਣ ਆ ਗਿਆ ਪ੍ਰਾਣਮੈ ਕੋਸ਼। ਇਹ ਪ੍ਰਾਣਮੈ ਕੋਸ਼ ਵਿੱਚ ਕਿੰਨੇ ਜਾਣੇ ਕੰਮ ਕਰਦੇ ਨੇ? ਕਿਹੜੇ ਕਿਹੜੇ ਸਰੀਰ ਦੇ ਪੁਰਜੇ ਕੰਮ ਕਰਦੇ? ਕਹਿੰਦੇ ਪੰਜ ਪ੍ਰਾਣ। ਇਹਦੇ ਵਿੱਚ ਜਿਹੜੇ ਨਾ ਕਰਮ ਕਰਦੇ ਹਨ, ਇਸ ਕਰਕੇ ਪੰਜ ਇਹਦੇ ਚ ਕਰਮ ਇੰਦਰੀਆਂ ਤੇ ਪੰਜ ਪ੍ਰਾਣ। ਜਿਵੇਂ ਪੰਜ ਕਰਮ ਇੰਦਰੀਆਂ ਆਪਣੀਆਂ ਹੋ ਗਈਆਂ ਹੱਥ, ਪੈਰ, ਜ਼ੁਬਾਨ, ਇਸੇ ਤਰੀਕੇ ਨਾਲ ਜਿਹੜੇ ਜਿਹੜੇ ਕਰਮ ਕਰਨ ਵਾਲੇ ਇੰਦਰੀ ਨੇ ਉਹ ਲੈਣੇ ਨੇ, ਤੇ ਪੰਜ ਸਾਡੇ ਜਿਹੜੇ ਪ੍ਰਾਣ ਨੇ, ਪਾਨ, ਅਪਾਨ, ਸਮਾਨ, ਬਿਆਨ, ਉਦਿਆਨ, ਇਹ ਪੰਜ ਪ੍ਰਾਣ ਸਰੀਰ ਦੇ ਅੰਦਰ ਕਰਮ ਕਰਦੇ ਨੇ। ਇਸ ਨੂੰ ਕਹਿੰਦੇ ਹਨ ਕੋਸ਼ ਪ੍ਰਾਣਮਈ ਜਾਨ ਸੁਜਾਨ। ਇਹ ਸਿਆਣਿਓ ਜਾਣੋ, ਇਹ ਪ੍ਰਾਣਮੈ ਕੋਸ਼ ਹੈ ਆਪਣੇ ਸਰੀਰ ਦੇ ਅੰਦਰ। ਇਹ ਆਪਾਂ ਨੂੰ ਜ਼ਿਆਦਾ ਵਿਸਥਾਰ ਦੀ ਲੋੜ ਨਹੀਂ ਪੈਣੀ, ਕਿਉਂਕਿ ਅੱਗੇ ਇਹਦਾ ਵਿਸਥਾਰ ਆਪਣੇ ਆਪ ਹੀ ਆਈ ਜਾਣਾ, ਨਾਲ ਨਾਲ ਸਮਝ ਪੈ ਜਾਣੀ ਹੈ। ਏਕ ਪ੍ਰਾਣ ਕੀ ਚਾਰੋਂ ਪਾਉਣ। ਸੋ ਇੱਕ ਪ੍ਰਾਣ ਦੀਆਂ ਚਾਰੇ ਪਾਉਣਾ ਹਨ ਅੱਗੇ। ਸਿਰ ਇੱਕ ਪਰ ਦਵੈ ਪੂਛ ਇੱਕ ਤੌਣ। ਉਸੇ ਪੰਛੀ ਦਾ ਅਲੰਕਾਰ ਬਣਾਉਂਦੇ ਆ, ਕਹਿੰਦੇ ਫਿਰ ਇੱਕ ਸਿਰ, ਦੋ ਖੰਭ, ਇੱਕ ਪੂਛ। ਇਸੇ ਤਰ੍ਹਾਂ ਹੀ ਇੱਥੇ ਵੀ ਉਹੀ ਚਾਰ ਪਾਉਣਾ ਬਣਦੀਆਂ ਹਨ। ਕਰਮ ਇੰਦਰੀਆਂ ਮਨ ਕੇ ਸਹਿਤ। ਆਪਣੇ ਜਿਹੜੇ ਕਰਮ ਇੰਦਰੀਆਂ ਨੇ, ਕਰਮ ਕਰਨ ਵਾਲੀਆਂ, ਮਨ ਦੇ ਸਮੇਤ। ਕੋਸ਼ ਮਨੋਮਈ ਇਸ ਕੋ ਕਹਿਤ। ਇਹਨੂੰ ਮਨੋਮੈ ਕੋਸ਼ ਕਹਿੰਦੇ ਨੇ। ਹੁਣ ਅਗਲਾ ਕੋਸ਼ ਆ ਗਿਆ ਹੈ। ਪਹਿਲਾ ਕੋਸ਼ ਸੀ ਆਪਣਾ ਪ੍ਰਾਣਮੈ ਕੋਸ਼, ਜਿੱਥੇ ਆਪਣੀਆਂ ਕਰਮ ਇੰਦਰੀਆਂ ਤੇ ਪੰਜ ਪ੍ਰਾਣ ਕੰਮ ਕਰਦੇ ਸੀ। ਤਾਂ ਇੱਥੇ ਕਰਮ ਇੰਦਰੀਆਂ ਤੇ ਮਨ ਦੇ ਸਹਿਤ ਹੋ ਗਿਆ ਕੋਸ਼ ਮਨੋਮੈ ਕੋਸ਼, ਇਸ ਨੂੰ ਕਿਹਾ ਜਾਂਦਾ ਹੈ। ਗਿਰਾ ਬੈਖਰੀ ਇਸ ਕੋ ਸਿਰ ਹੈ। ਹੁਣ ਇਹਦਾ, ਇਸ ਪੰਛੀ ਦਾ ਸਿਰ ਕਿਹੜਾ? ਕਹਿੰਦੇ ਗਿਰਾ। ਜਿਹੜੀ ਗਿਰਾ ਬੈਖਰੀ, ਬੈਖਰੀ ਗਿਰਾ ਬਾਣੀ ਜਿਹੜੀ ਆ ਨਾ, ਮੂੰਹ ਨਾਲ ਬੋਲਣ ਵਾਲੀ, ਇਸ ਨੂੰ ਸਿਰ ਕਿਹਾ ਜਾਂਦਾ ਹੈ। ਪਸ਼ਯੰਤੀ ਮਦਮਾ ਜੁਗ ਪਰ ਹੈ। ਇਹ ਤੋਂ ਬਾਅਦ ਜਿਹੜੀ ਪਸ਼ਯੰਤੀ, ਜਿੱਥੇ ਮੱਧਮਾ ਬਾਣੀ ਹੈ ਕੰਠ ਵਿੱਚ, ਪਸ਼ਯੰਤੀ ਹਿਰਦੇ ਵਿੱਚ ਚੱਲਦੀ ਹੈ, ਤੇ ਯੁਗ ਪਰ ਹੈ। ਦੋ ਪਰ ਨੇ। ਇੱਕ ਪ੍ਰਸ਼ਨ ਇੱਕ ਬੰਦੇ ਨੇ ਕੀਤਾ ਸੀ, ਕਹਿੰਦੇ ਇਹ ਤੁਸੀਂ ਸੁਣਾ ਤਾਂ ਦਿੰਦੇ ਹੋ ਬੈਖਰੀ ਬਾਣੀ, ਮੱਧਮਾ ਬਾਣੀ, ਇਹ ਪਸ਼ਯੰਤੀ ਤੇ ਪਰਾ, ਇਹ ਹੁੰਦੀਆਂ ਕੀ ਨੇ? ਤੁਸੀਂ ਕਹਿੰਦੇ ਪਹਿਲਾਂ ਮੂੰਹ 'ਚ ਜਾਪ ਹੁੰਦਾ, ਫਿਰ ਕੰਠ ਵਿੱਚ ਜਾਪ ਹੁੰਦਾ, ਫਿਰ ਹਿਰਦੇ 'ਚ ਹੁੰਦਾ।
ਵੀ ਸਾਡੀ ਸਮਝ ਤੋਂ ਤਾਂ ਪਰੇ ਆ ਇਹ ਸੌਖਾ ਜਿਹਾ ਕੰਮ ਹੈ। ਇਹ ਜਦੋਂ ਮੂੰਹ ਨਾਲ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਇੰਨੀ ਇਕਾਗਰਤਾ ਹੋ ਜਾਂਦੀ ਅੰਦਰ ਕਿ ਅੰਦਰ ਇੱਕ ਪੌਣ ਆਪਣੇ ਚੱਲਦੀ, ਫਿਰ ਉਹ ਅੰਦਰ ਪੌਣ ਇਹ ਚੱਕਰਾਂ ਨੂੰ ਵਿੰਨ੍ਹਦੀ ਆਪਣਿਆਂ ਨੂੰ। ਜਦੋਂ ਕੰਠ ਨੂੰ ਵਿੰਨ੍ਹਦੀ ਆ ਨਾ, ਉਹ ਕੰਠ ਨੂੰ ਵਿੰਨ ਕੇ ਉਦੋਂ ਆਪਣੇ ਕੰਠ ਵਿੱਚ ਆਪਣੇ ਆਪ ਹੀ 100 ਗੁਣਾ ਵੱਧ ਜਾਪ ਦੀ ਸਪੀਡ ਵੱਧ ਜਾਂਦੀ। ਵਾਹਿਗੁਰੂ ਵਾਹਿਗੁਰੂ 100 ਗੁਣਾ ਜ਼ਿਆਦਾ ਹੋਣ ਲੱਗ ਜਾਂਦਾ।